हाँ जी प्यारे साथियों, सत श्री अकाल सारिਆਂ ਨੂੰ। ਤੇ ਆਪਾਂ NCERT 7ਵੀਂ ਕਲਾਸ ਦੀ ਕਰਦੇ ਪਏ ਸੀ ਜਿਓਗ੍ਰਾਫੀ, ਜਿਹਦੇ ਵਿੱਚ ਆਪਾਂ ਚੌਥਾ ਚੈਪਟਰ ਜਿਹੜਾ ਸਟਾਰਟ ਕੀਤਾ ਸੀ। ਤੇ ਚੈਪਟਰ ਜਿਹੜਾ ਵਾ ਕਾਫੀ ਲੈਂਥੀ ਆ। ਜਦੋਂ ਆਪਾਂ ਆਪਣੀ ਪੰਜਾਬ ਬੋਰਡ ਦੀ ਬੁੱਕ ਦੀ ਗੱਲ ਕਰਦੇ ਆ ਤਾਂ ਇਹਨਾਂ ਨੇ ਜਿਹੜਾ ਚੈਪਟਰ ਦਿੱਤਾ ਵਾਯੂਮੰਡਲ ਵਾਲਾ, ਇਹਨਾਂ ਨੇ ਸਿਰਫ ਤੇ ਸਿਰਫ ਵਾਯੂਮੰਡਲ ਦੀਆਂ ਆਪਾਂ ਨੂੰ ਪਰਤਾਂ ਦਿੱਤੀਆਂ ਸੀਗੀਆਂ। ਬਾਕੀ ਇਹਦੇ ਵਿੱਚ ਹੋਰ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ। ਪਰ ਜਦੋਂ ਆਪਾਂ NCERT ਦੀ ਗੱਲ ਕਰਦੇ ਹਾਂ ਤੇ ਇਹਨਾਂ ਨੇ ਵਾਯੂਮੰਡਲ ਦੀਆਂ ਪਰਤਾਂ ਦੇ ਕੇ ਕੁਝ ਬਹੁਤ ਸਾਰੀ ਐਕਸਟਰਾ ਨੌਲੇਜ ਜਿਹੜੀ ਆਪਾਂ ਨੂੰ ਦਿੱਤੀ ਆ। ਠੀਕ ਆ, ਇਹੀ ਚੈਪਟਰ ਆਪਣਾ ਅਜੇ ਚੱਲਦਾ ਪਿਆ, NCERT ਤੋਂ ਖਤਮ ਨਹੀਂ ਹੋਇਆ, ਕਿਉਂਕਿ ਇਹਦੇ ਵਿੱਚ ਹੀ ਉਹ ਦੱਸਦੇ ਆ ਹਵਾ ਦੇ ਬਾਰੇ। ਕਿਉਂਕਿ ਹਵਾ ਦੀਆਂ ਵੀ ਕੋਈ ਕਿਸਮਾਂ ਵਾ, ਪੱਛਮੀ ਪੌਣਾ ਆ, ਵਪਾਰਕ ਪੌਣਾ ਆ, ਮੌਸਮੀ ਪੌਣਾ ਵਾ। ਸੋ ਇਹ ਵੀ ਟੌਪਿਕ ਕਿਤੇ ਨਾ ਕਿਤੇ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਹੋ ਜਾਂਦਾ ਵਾ, ਜਿਹੜਾ ਕਿ ਸਾਡੇ ਪੰਜਾਬ ਬੋਰਡ ਦੀ ਬੁੱਕ 'ਚ ਨਹੀਂ ਹੈਗਾ। ਠੀਕ ਆ, ਹਵਾਵਾਂ ਤੋਂ ਬਾਅਦ ਇਹ ਚਲ ਜਾਂਦੇ ਆ ਜਿਵੇਂ, ਠੀਕ ਆ, ਜਿਵੇਂ ਮਤਲਬ ਕਿ ਜਿਵੇਂ ਮੈਂ ਕੱਲ ਟੌਪਿਕ ਦੱਸਿਆ ਡੋਲਡਰਮਸ ਵਾਲੇ ਹੋ ਗਿਆ ਹਨਾ ਟੌਪਿਕ, ਤੇ ਕੁਝ ਇਸ ਤਰ੍ਹਾਂ ਦੇ 2-3 ਟੌਪਿਕ ਜਿਹੜੇ ਆਪਣੇ ਰਹਿੰਦੇ ਆ। ਠੀਕ ਆ, ਇਸ ਤੋਂ ਬਾਅਦ ਕੁਝ ਜਿਹੜੀਆਂ ਮੀਂਹ ਪੈਂਦਾ ਵਾ ਹਨਾ, ਵਰਖਾ ਦੀਆਂ ਕਿਸਮਾਂ ਆ ਜਾਂਦੀਆਂ ਵਾ ਕੁਝ ਇਸ ਤਰੀਕੇ ਦੇ ਨਾਲ। ਠੀਕ ਆ, ਤਾਪਮਾਨ ਨੂੰ ਕਿਹੜੇ ਕਿਹੜੇ ਤੱਤ ਪ੍ਰਭਾਵਿਤ ਕਰਦੇ ਆ। ਠੀਕ ਆ, ਤਾਪਮਾਨ ਕਿਤੇ ਘੱਟ ਆ ਕਿਤੇ ਵੱਧ ਆ, ਉਹਦਾ ਕੀ ਕਾਰਨ ਆ। ਠੀਕ ਆ, ਇਹ ਸਾਰਾ ਸਿਸਟਮ ਜਿਹੜਾ ਅੱਜ ਦੀ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਨਾ। ਠੀਕ ਆ, ਸਭ ਤੋਂ ਪਹਿਲਾਂ ਮੈਂ ਕੱਲ ਵਾਯੂ ਦਾਬ ਬਾਰੇ ਵੈਸੇ ਥੋੜਾ ਜਿਹਾ ਦੱਸਤਾ ਸੀ ਕੱਲ ਵਾਲੀ ਕਲਾਸ ਦੇ ਵਿੱਚ, ਪਰ ਇਹ ਟੌਪਿਕ ਜਿਹੜਾ ਵਾ ਚੰਗੀ ਤਰ੍ਹਾਂ ਸਮਝਣ ਜਿਹੜਾ ਬਹੁਤ ਹੀ ਜ਼ਰੂਰੀ ਹੈ। ਤਾਂ ਕਰਕੇ ਮੈਂ ਇਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਇੱਥੇ SAE ਬੁੱਕ ਤੋਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਲੈ ਕੇ ਆਈ ਆ, ਕਿਉਂਕਿ ਇਹ ਟੌਪਿਕ ਜਿਹੜਾ ਵਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਠੀਕ, ਕਿਉਂਕਿ ਆਪਾਂ NCERT ਦੇ ਵਿੱਚੋਂ ਇਦਾਂ ਦਾ ਕੋਈ ਵੀ ਡਾਟਾ ਛੱਡਣਾ ਨਹੀਂਗਾ। ਠੀਕ ਆ, ਹੁਣ ਵੇਖੋ ਵਾਯੂ ਦਾਬ ਕੀ ਆ। ਹਵਾ ਕਈ ਗੈਸਾਂ ਦਾ ਮਿਸ਼ਰਣ ਹੈ। ਠੀਕ ਹੈ, ਹਵਾ ਕਈ ਗੈਸਾਂ ਦਾ ਮਿਸ਼ਰਣ ਹੈ। ਸਾਨੂੰ ਪਤਾ ਨਾ ਕਿ ਹਵਾ ਦੇ ਵਿੱਚ ਗੈਸਾਂ ਹੁੰਦੀਆਂ। ਠੀਕ ਹੈ, ਇਸੇ ਕਾਰਨ ਕਰਕੇ ਹਵਾ ਵਿੱਚ ਭਾਰ ਹੁੰਦਾ ਵਾ। ਠੀਕ ਹੈ, ਹਵਾ ਦੇ ਵਿੱਚ ਜਿਹੜੀਆਂ ਗੈਸਾਂ ਵਾ ਉਹ ਗੈਸਾਂ ਦਾ ਕਾਰਨ ਹੀ ਕੀ ਆ, ਉਹ ਗੈਸਾਂ ਦਾ ਕਰਕੇ ਹੀ ਸਾਡੀ ਹਵਾ ਜਿਹੜੀ ਆ ਭਾਰੀ ਹੁੰਦੀ ਆ, ਤੇ ਇਸੇ ਨੂੰ ਹੀ ਵਾਯੂ ਦਾਬ ਕਿਹਾ ਜਾਂਦਾ। ਇਹ ਕਨਸੈਪਟ ਕਲੀਅਰ ਹੋ ਗਿਆ ਨਾ। ਠੀਕ ਹੈ, ਹਵਾ ਦੇ ਦਬਾਅ ਨੂੰ ਮਾਪਣ ਲਈ ਬੈਰੋਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ, ਇਸ ਤਰ੍ਹਾਂ ਦੇ ਕੁਐਸਚਨ ਸਾਨੂੰ ਬਹੁਤ ਪੁੱਛੇ ਜਾਂਦੇ ਆ। ਬੈਰੋਮੀਟਰ ਜਿਹੜਾ ਵਾ ਇਹ ਕਾਹਦੇ ਵਾਸਤੇ ਕੰਮ ਆਉਂਦਾ ਵਾ, ਇਹਦੇ ਨਾਲ ਹਵਾ ਦਾ ਦਬਾਅ ਜਿਹੜਾ ਵਾ ਉਹ ਮਾਪਿਆ ਜਾਂਦਾ ਵਾ। ਠੀਕ ਹੈ, ਜਿੱਥੇ ਹਵਾ ਦਾ ਦਬਾਅ ਜ਼ਿਆਦਾ ਹੋਵੇ, ਜਿੱਥੇ ਹਵਾ ਦਾ ਦਬਾਅ ਜ਼ਿਆਦਾ ਹੋਊਗਾ ਉੱਥੇ ਤਾਪਮਾਨ ਘੱਟ ਹੋਊਗਾ, ਤੇ ਜਿੱਥੇ ਹਵਾ ਦਾ ਦਬਾਅ ਘੱਟ ਹੋਊਗਾ ਉੱਥੇ ਤਾਪਮਾਨ ਵੱਧ ਹੋਊਗਾ। ਯਾਨੀ ਕਿ ਤੁਸੀਂ ਉਲਟਾ ਕਰ ਦੇਣਾ, ਜੇ ਹਵਾ ਦਾ ਦਬਾਅ ਜ਼ਿਆਦਾ ਤੇ ਤਾਪਮਾਨ ਘੱਟ ਹੋਊਗਾ, ਤੇ ਜੇ ਹਵਾ ਦਾ ਦਬਾਅ ਘੱਟ ਆ ਤੇ ਤਾਪਮਾਨ ਵੱਧ ਹੋਊਗਾ। ਠੀਕ ਆ, ਉਲਟਾ ਕਰ ਦੇਣਾ। ਇਸ ਤਰੀਕੇ ਦੇ ਨਾਲ ਤੁਸੀਂ ਇਸ ਕਨਸੈਪਟ ਨੂੰ ਸਮਝਣਾ। ਠੀਕ ਆ, ਕੱਲ ਇੱਕ ਪਾਉਣ ਵਾਲਾ ਕਨਸੈਪਟ ਦੱਸਿਆ ਸੀ, ਜਿਹਦੇ ਵਿੱਚ ਉਹਨਾਂ ਨੇ ਹਿੰਦੀ ਵਾਲੇ ਚੈਪਟਰ ਦੇ ਵਿੱਚ ਉਹਨਾਂ ਨੇ NCERT ਦੇ ਵਿੱਚ ਪਵਨ ਲਿਖਿਆ ਵਾ। ਆਪਾਂ ਪੰਜਾਬੀ ਦੇ ਵਿੱਚ ਆਪਣਾ ਸ਼ਬਦ ਕੀ ਬਣਦਾ ਵਾ, ਪੌਣ ਬਣਦਾ ਵਾ। ਜਦੋਂ ਅਸੀਂ ਪੌਣ ਦੀ ਗੱਲ ਕਰਦੇ ਆ, ਇਹ ਕਹਿੰਦੇ ਹਵਾ ਹਮੇਸ਼ਾ ਵੱਧ ਦਬਾਅ ਵਾਲੇ ਖੇਤਰਾਂ ਤੋਂ ਘੱਟ ਵਾਯੂ ਦਾਬ ਵਾਲੇ ਖੇਤਰਾਂ ਵੱਲ ਚੱਲਦੀ ਹੈ। ਇਹ ਕਨਸੈਪਟ ਮੈਂ ਜਦੋਂ ਤੁਹਾਨੂੰ ਮੈਂ ਕੱਲ ਹੀ ਦੱਸਿਆ ਸੀ ਵੀ ਜੇ ਅੰਦਰ ਘੱਟ ਵਾਯੂ ਦਾਬ ਆ ਤੇ ਹਵਾ ਇਸ ਤਰ੍ਹਾਂ ਚੱਲੂਗੀ, ਤੇ ਜੇ ਅੰਦਰ ਵੱਧ ਵਾਯੂ ਦਾਬ ਆ ਤੇ ਬਾਹਰ ਘੱਟ ਆ ਤੇ ਹਵਾ ਇਸ ਤਰੀਕੇ ਦੇ ਨਾਲ ਚੱਲੂਗੀ। ਇਹ ਕਨਸੈਪਟ ਮੈਂ ਤੁਹਾਨੂੰ ਕੱਲ ਦੱਸਿਆ ਸੀ। ਤੇ ਫਿਰ ਇਹ ਪਹਿਲੀ ਲਾਈਨ ਤੇ ਤੁਹਾਨੂੰ ਕਲੀਅਰ ਹੋ ਗਈ ਕਿ ਹਵਾ ਹਮੇਸ਼ਾ ਵੱਧ ਦਬਾਅ ਵਾਲੇ ਖੇਤਰਾਂ ਤੋਂ ਘੱਟ ਵਾਯੂ ਦਾਬ ਵਾਲੇ ਖੇਤਰਾਂ ਵੱਲ ਚੱਲਦੀ ਆ। ਠੀਕ ਆ, ਉਸ ਤੋਂ ਬਾਅਦ ਕਹਿੰਦੇ ਵਾਯੂ ਦਾਬ ਖੇਤਰਾਂ ਨੂੰ ਮਿਲਾਉਣ ਵਾਲੀ ਰੇਖਾ ਨੂੰ ਸਮ ਵਾਯੂ ਦਾਬ ਰੇਖਾ ਕਹਿੰਦੇ ਹਨ। ਕਿਹੜੀ ਰੇਖਾ? ਉਹ ਰੇਖਾ ਜਿਹੜੇ ਵਾਯੂ ਦਾਬ ਖੇਤਰਾਂ ਨੂੰ ਮਿਲਾਉਂਦੀ ਆ ਜਾਂ ਕੇਂਦਰਾਂ ਨੂੰ ਮਿਲਾਉਂਦੀ ਆ। ਖੇਤਰ ਲਿਖ ਸਕਦੇ ਆ ਜਾਂ ਤੁਸੀਂ ਕੇਂਦਰ ਲਿਖ ਸਕਦੇ ਆ। ਠੀਕ ਆ, ਵਾਯੂ ਦਾਬ ਕੇਂਦਰਾਂ ਨੂੰ ਜਿਹੜੀ ਰੇਖਾ ਮਿਲਾਉਂਦੀ ਆ ਉਹ ਰੇਖਾ ਨੂੰ ਸਮ ਵਾਯੂ ਦਾਬ ਰੇਖਾ ਕਹਿੰਦੇ ਹਨ। ਇੰਗਲਿਸ਼ ਦੇ ਵਿੱਚ ਆਈਸੋਬਾਰ ਸ਼ਬਦ ਜਿਹੜਾ ਵਾ ਇਹਦੇ ਲਈ ਵਰਤਿਆ ਜਾਂਦਾ ਵਾ। ਠੀਕ ਆ, ਆਈਸੋਬਾਰ ਸ਼ਬਦ ਜਿਹੜਾ ਇਹਦੇ ਲਈ ਵਰਤਿਆ ਜਾਂਦਾ ਵਾ। ਠੀਕ ਆ, ਆਹ ਦੇਖੋ ਅੱਗੇ ਇਹਨਾਂ ਨੇ ਆ ਇੱਕ ਸਰਕਲ ਦਿੱਤਾ ਵਾ। ਇਹ ਸਰਕਲ ਜਿਹੜਾ ਵਾ ਜੇ ਮੈਂ ਵੀ ਇੱਥੇ ਬਣਾਵਾਂ ਤੇ ਤੁਸੀਂ ਬਹੁਤ ਹੀ ਜ਼ਿਆਦਾ ਕਨਫਿਊਜ਼ ਹੋਵੋਗੇ। ਮੈਂ ਤੁਹਾਨੂੰ ਈਜ਼ੀਲੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਮਝਾਉਣ ਵਾਲੀ ਆ ਬੋਰਡ ਦੇ ਉੱਪਰ। ਸਾਰਿਆਂ ਨੇ ਐਂਡ ਤੱਕ ਬਣੇ ਰਹਿਣਾ, ਤੁਹਾਡਾ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ। ਇਹਦੇ ਵਿੱਚ ਹੀ ਆਪਾਂ ਗੱਲ ਕਰਾਂਗੇ ਵੀ ਜਿਹੜੇ ਚੱਕਰਵਾਤ ਆਉਂਦੇ ਆ, ਚੱਕਰਵਾਤ ਜਿਹੜੇ ਤੂਫਾਨ ਆਉਂਦੇ ਵਿੱਚ, ਹਨੇਰੀ ਵਿੱਚ, ਮੀਂਹ, ਠੀਕ ਆ, ਉਹਨਾਂ ਦਾ ਕਾਰਨ ਕੀ ਆ। ਤੇ NCERT ਦੇ ਵਿੱਚ ਇਹਨਾਂ ਨੇ ਦੱਸਿਆ ਵੀ ਆ ਵੀ ਕਿਹੜੇ ਸਾਲ
ਕਿੱਥੇ ਜ਼ਿਆਦਾ ਤੂਫਾਨੀ ਚੱਕਰਵਾਤ ਆਇਆ ਸੀ ਤੇ ਕੀ ਨੁਕਸਾਨ ਹੋਇਆ ਸੀ, ਪ੍ਰੋਪਰ ਜਗ੍ਹਾ ਦਾ ਨਾਮ ਦੇ ਕੇ ਸਾਰਾ ਡਿਟੇਲ ਜਾਣਕਾਰੀ ਦਿੱਤੀ ਆ। ਫਿਰ ਇਹਨਾਂ ਨੇ ਇੱਕ ਪਿਕਚਰ ਵੀ ਦਿੱਤੀ ਹੈ, ਸਾਰਾ ਹੀ ਮੈਂ ਡਿਟੇਲ ਦੇ ਵਿੱਚ ਤੁਹਾਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਸਮਝਾਉਣਾ। ਠੀਕ ਹੈ, ਤੁਸੀਂ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ। ਦੇਖੋ ਮੈਂ ਕਿੰਨੀ ਮਿਹਨਤ ਕਰ ਰਹੀ ਹਾਂ ਹਨਾ। NCERT ਦੇ ਵਿੱਚੋਂ ਵੇਖੋ ਦੋਹਾਂ ਕਿਤਾਬਾਂ ਦਾ ਕਨਕਲੂਜਨ ਕੱਢਣਾ, ਨਿਚੋੜ ਕੱਢਣਾ ਤੇ NCERT ਤੋਂ ਠੀਕ ਹੈ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਲਿਖਣਾ ਹਨਾ। ਕਿੰਨੀ ਜ਼ਿਆਦਾ ਮਿਹਨਤ ਲੱਗਦੀ ਆ, ਇਹ ਮੈਂ ਸਿਰਫ ਤੁਹਾਡੇ ਲਈ ਕਰ ਰਹੀ ਹਾਂ। ਠੀਕ ਆ, ਤੇ ਹੁਣ ਤੁਸੀਂ ਦੇਖਿਆ ਹੋਊਗਾ ਕਿ ਕੋਈ ਵੀ ਅਕੈਡਮੀ ਵਾਲੇ ਫੀਸ ਲੈ ਕੇ ਵੀ ਇੰਨਾ ਕੰਮ ਨਹੀਂ ਕਰਨ ਡਏ ਵੀ ਉਹ NCERT ਤੋਂ ਤੁਹਾਡੇ ਡਾਊਟ ਕਲੀਅਰ ਕਰਾਉਣ ਡਏ। ਹੁਣ ਹੈਗਾ ਕੋਈ ਐਵੇਂ ਦਾ ਚੈਨਲ, ਕੋਈ ਵੀ ਮੈਨੂੰ ਦਿਖਾ ਦਿਓ YouTube ਤੇ। ਫਿਰ ਵੀ ਪਤਾ ਨਹੀਂ ਕਿਉਂ ਤੁਸੀਂ ਕਹਿ ਲਓ ਵੀ ਕਲਾਸ ਸ਼ੇਅਰ ਨਹੀਂ ਕਰਦੇ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ, ਮੈਂ SST ਦੀ ਪੈਡਾਗੋਜੀ ਤਿਆਰ ਕਰ ਰਹੀ ਹਾਂ। ਠੀਕ ਹੈ, SST ਦੀ ਪੈਡਾਗੋਜੀ ਲਈ ਜਵਾਕ ਬਹੁਤ ਰੋਂਦੇ ਆ ਵੀ SST ਦਾ ਸਿਲੇਬਸ ਤਾਂ ਕਈ ਅਕੈਡਮੀਆਂ ਵਾਲੇ ਕਰਵਾ ਦਿੰਦੇ, SST ਦੀ ਪੈਡਾਗੋਜੀ ਬਹੁਤ ਘੱਟ ਕਰਵਾਈ ਜਾਂਦੀ, ਜਾਂ ਪੰਜਾਬੀ ਮੀਡੀਅਮ ਦੇ ਵਿੱਚ SST ਦੀ ਜਿਹੜੀ ਪੈਡਾਗੋਜੀ ਉਹ ਬਹੁਤ ਹੀ ਘੱਟ ਮਿਲਦੀ ਆ। ਤੇ ਹੁਣ ਸਾਡਾ ਜਿਹੜਾ ਲੇਟੈਸਟ ਪੇਪਰ ਹੋ ਕੇ ਹਟਿਆ ਸੀ ਹਨਾ, ਆਪਣਾ ਅਪ੍ਰੈਲ ਦੇ ਵਿੱਚ ਜਿਹੜਾ PSTET ਦਾ ਪੇਪਰ ਹੋਇਆ, ਉਹਦੇ ਵਿੱਚ ਸਾਨੂੰ 20 ਨੰਬਰ ਦੀ ਪੈਡਾਗੋਜੀ ਆਈ ਤੇ 40 ਨੰਬਰ ਦੀ SST ਸੀ ਤੇ 20 ਨੰਬਰ ਦੇ ਕੁਐਸਚਨ 20 ਕੁਐਸਚਨ ਸਾਨੂੰ ਉਹਨਾਂ ਨੇ ਪੈਡਾਗੋਜੀ ਦੇ ਹੀ ਪਾਏ ਸੀ। ਤੇ ਹੁਣ ਮੈਂ ਇੱਕ ਸਰਪ੍ਰਾਈਜ਼ ਤੁਹਾਡੇ ਲਈ ਤਿਆਰ ਕਰ ਰਹੀ ਹਾਂ। ਉਹ ਸਰਪ੍ਰਾਈਜ਼ ਇਹ ਆ ਵੀ ਮੈਂ SST ਦੀ ਪੈਡਾਗੋਜੀ ਬੈਠ ਕੇ ਰਾਤ ਤਿਆਰ ਕਰਦੀ ਆ। ਮੇਰਾ ਸਿਰਫ ਤੇ ਸਿਰਫ 9 ਸਾਲ ਦਾ ਐਕਸਪੀਰੀਅੰਸ ਸਿਰਫ ਤੇ ਸਿਰਫ SST ਦਾ ਰਿਹਾ। ਠੀਕ ਆ, ਤੇ ਮੈਂ CTET ਦੇ ਸਾਰੇ ਪੇਪਰਾਂ 'ਚ ਜਿੰਨੀ SST ਅੱਜ ਤੱਕ ਆਈ ਆ, ਜਿੰਨੇ ਵੀ ਪੇਪਰਾਂ ਦੇ ਵਿੱਚ ਜਿੱਥੋਂ ਜਿੱਥੋਂ ਵੀ ਨਿਚੋੜ ਕੱਢ ਕੇ SST ਪੈਡਾਗੋਜੀ ਦਾ ਠੀਕ ਆ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਤੇ ਮੈਂ ਤਿਆਰ ਕਰ ਰਹੀ ਹਾਂ। ਰਾਤਾਂ ਨੂੰ ਬੈਠ ਕੇ ਮੈਂ SST ਦੀ ਪੈਡਾਗੋਜੀ ਤਿਆਰ ਕਰ ਰਹੀ ਹਾਂ। ਤੇ ਮੈਂ ਕਰਾਉਣੀ ਤਾਂ ਵਾ ਜਿੱਦਾਂ ਆਪਣੇ 500 ਸਬਸਕ੍ਰਾਈਬਰ ਕੰਪਲੀਟ ਹੋ ਜਾਣਗੇ। ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਵਾ, ਜਿੰਨਾ ਜਲਦੀ 500 ਸਬਸਕ੍ਰਾਈਬਰ ਕੰਪਲੀਟ ਕਰ ਦੋਗੇ, ਜਿੰਨਾ ਤੁਸੀਂ ਕਲਾਸਾਂ ਨੂੰ ਸ਼ੇਅਰ ਕਰੋਗੇ, ਓਨੇ ਜ਼ਿਆਦਾ ਆਪਣੇ ਕੋਲ ਸਬਸਕ੍ਰਾਈਬਰ ਜ਼ਿਆਦਾ ਆਉਣਗੇ ਤੇ ਉਦਾਂ ਹੀ ਫਿਰ ਮੈਂ SST ਦੀ ਜਿਹੜੀ ਪੈਡਾਗੋਜੀ ਉਹ ਤਿਆਰ ਕਰਵਾ ਦੇਣੀ ਆ। ਠੀਕ ਆ, ਕਿਸੇ ਵੇਲੇ ਹੁੰਦਾ ਵਾ ਇਹ ਚੀਜ਼ ਜ਼ਿੰਦਗੀ 'ਚ ਜਮਾ ਕੇ ਵੇਖਿਓ, ਕਿਸੇ ਵੇਲੇ ਕੋਈ ਨਵਾਂ ਚੈਨਲ ਜਾਂ ਕੋਈ ਤੁਹਾਡੇ ਸਾਥੀ ਤੁਹਾਡੇ ਵਰਗਾ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦੇ ਜਾਂਦਾ ਵਾ। ਠੀਕ ਆ, ਤੇ ਜਿੱਦਾਂ ਆਪਣੇ 500 ਸਬਸਕ੍ਰਾਈਬਰ ਕੰਪਲੀਟ ਹੋ ਜਾਣਗੇ ਉਦਾਂ ਮੈਂ ਤੁਹਾਨੂੰ SST ਦੀ ਪੈਡਾਗੋਜੀ ਕਰਵਾਉਂਗੀ। ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਵਾ ਕਿ ਤੁਸੀਂ SST ਦੀ ਪੈਡਾਗੋਜੀ ਕਰਨੀ ਆ ਜਾਂ ਨਹੀਂ ਕਰਨੀ। ਠੀਕ ਆ, ਕਮੈਂਟ ਕਰਕੇ ਦੱਸ ਦਿਓ। ਆਪਾਂ ਚੱਲਦੇ ਆ ਅੱਗੇ ਟੌਪਿਕ ਤੇ। ਠੀਕ ਆ, ਅੱਗੇ ਦੇਖੋ ਇਹਨਾਂ ਨੇ ਨਾ ਕੁਝ ਹਵਾਵਾਂ ਦੀਆਂ ਕਿਸਮਾਂ ਦਿੱਤੀਆਂ, ਪੌਣਾਂ ਦੀਆਂ, ਕੁਝ ਸਥਾਨਕ ਪੌਣਾ ਵਾ, ਮੌਸਮੀ ਪੌਣਾ ਵਾ। ਇਹਨਾਂ ਨੂੰ ਡਿਟੇਲ ਦੇ ਵਿੱਚ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਆ। ਠੀਕ ਆ, ਅੱਗੇ ਆਪਾਂ ਅਗਲੇ ਕਨਸੈਪਟ ਤੇ ਚੱਲਦੇ ਆ। ਸਭ ਤੋਂ ਜਿਹੜਾ ਸਾਡਾ ਇੰਪੋਰਟੈਂਟ ਟੌਪਿਕ ਬਣਦਾ ਵਾ ਸਵਹੀਣ ਪ੍ਰਕਿਰਿਆ। ਸਵਹੀਣ ਪ੍ਰਕਿਰਿਆ ਜਿਹੜੀ ਆ ਇਹਨੂੰ ਤੁਸੀਂ ਹਵਾ ਦਾ ਰੂਪ ਮੰਨ ਕੇ ਸਮਝ ਲਓ ਜਾਂ ਤੁਸੀਂ ਇਹਨੂੰ ਵਰਖਾ ਦਾ ਰੂਪ ਮੰਨ ਕੇ ਸਮਝ ਲਓ, ਪਰ ਇਹ ਸਾਡੇ ਲਈ ਇੰਪੋਰਟੈਂਟ ਬਹੁਤ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਪ੍ਰਕਿਰਿਆ ਨੂੰ ਸਮਝਣਾ ਚਾਹੀਦਾ ਵੀ ਇਹ ਸਵਹੀਣ ਪ੍ਰਕਿਰਿਆ ਹੈ ਕੀ ਆ। ਦੇਖੋ ਧਿਆਨ ਨਾਲ, ਕਹਿੰਦੇ ਭੂ ਮੱਧ ਰੇਖਾ ਤੋਂ ਸੂਰਜ ਦੀਆਂ ਕਿਰਨਾਂ, ਇਹ ਗੱਲ ਸਾਨੂੰ ਸਾਰਿਆਂ ਨੂੰ ਪਤਾ ਵੀ ਭੂ ਮੱਧ ਰੇਖਾ ਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਉਹ ਸਿੱਧੀਆਂ ਪੈਂਦੀਆਂ, ਤੇ ਜਦੋਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣਗੀਆਂ ਤਾਂ ਉੱਥੇ ਤਾਪਮਾਨ ਕੀ ਹੋਊਗਾ, ਵੱਧ ਹੋਊਗਾ, ਤਾਪਮਾਨ ਜ਼ਿਆਦਾ ਹੋਊਗਾ, ਕਿਉਂਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਣ ਡੀਆਂ। ਤਿੱਖੀ ਗਰਮੀ ਪੈਣ ਨਾਲ ਵਾਯੂ ਦਾਬ ਘੱਟ ਹੁੰਦਾ ਹੈ। ਸਮਝੋ, ਤਾਪਮਾਨ ਵੱਧ ਦਾ ਮਤਲਬ ਕੀ ਹੁੰਦਾ ਵਾ, ਗਰਮੀ ਜ਼ਿਆਦਾ। ਤਾਪਮਾਨ ਘੱਟ ਦਾ ਮਤਲਬ ਕੀ ਹੁੰਦਾ ਵਾ, ਸਰਦੀ ਜ਼ਿਆਦਾ। ਜਿਵੇਂ ਹੁਣ ਤਾਪਮਾਨ ਘੱਟ ਆ, ਸਰਦੀ ਆ, ਠੀਕ ਆ, ਤੇ ਜਦੋਂ ਗਰਮੀਆਂ ਸਟਾਰਟ ਹੋਣਗੀਆਂ ਉਦੋਂ ਤਾਪਮਾਨ ਵਧੂਗਾ ਹਨਾ। ਇਹ ਚੀਜ਼ ਆ, ਕਿਉਂਕਿ ਸੂਰਜ ਤੇ ਭੂ ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ, ਉੱਥੇ ਤਾਪਮਾਨ ਜ਼ਿਆਦੇ ਆ। ਤੇ ਮੈਂ ਹੁਣੇ ਹੀ ਤੁਹਾਨੂੰ 2 ਮਿੰਟ ਪਹਿਲਾਂ ਦੱਸ ਕੇ ਗਈ ਵੀ ਜੇ ਤਾਪਮਾਨ ਵੱਧ ਹੋਊਗਾ ਤੇ ਵਾਯੂ ਦਾਬ ਘੱਟ ਹੋਊਗਾ, ਤੇ ਜੇ ਵਾਯੂ ਦਾਬ ਵੱਧ ਹੋਊਗਾ ਤੇ ਤਾਪਮਾਨ ਘੱਟ ਹੋਊਗਾ। ਠੀਕ ਹੈ, ਪਰ ਇੱਥੇ ਤਾਪਮਾਨ ਵੱਧਦਾ ਤੇ ਵਾਯੂ ਦਾਬ ਘੱਟ ਹੁੰਦਾ ਵਾ। ਤਿੱਖੀ ਗਰਮੀ ਪੈਣ ਨਾਲ ਕੀ ਹੁੰਦਾ ਵਾ ਵੀ ਇਹ ਜਿਹੜੀਆਂ ਪੌਣਾ ਵਾ ਗਰਮ ਹੋ ਕੇ ਉੱਪਰ ਉੱਠਦੀਆਂ, ਯਾਨੀ ਕਿ ਭੂ ਮੱਧ ਰੇਖਾ ਤੇ ਗਰਮੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਪੌਣਾ ਵਾ ਉਹ ਗਰਮ ਹੋ ਕੇ ਉੱਪਰ ਉੱਠਦੀਆਂ ਵਾ। ਜਦੋਂ ਇਹ ਉੱਪਰ ਚਲ ਜਾਂਦੀਆਂ ਤੇ ਉੱਥੇ ਜਾ ਕੇ ਇਹ ਠੰਡੀਆਂ ਹੋ ਕੇ ਜਲ ਕਣਾਂ ਦਾ ਰੂਪ ਧਾਰਨ ਕਰ ਲੈਂਦੀਆਂ ਵਾ। ਠੀਕ ਆ, ਠੰਡੀਆਂ ਹੋ ਕੇ ਜਲ ਕਣਾਂ ਦਾ ਰੂਪ ਧਾਰਨ ਕਰ ਲੈਂਦੀਆਂ ਤੇ ਇਹਨਾਂ ਪੌਣਾਂ ਨਾਲ ਪਈ ਵਰਖਾ ਬੜੇ ਜ਼ੋਰ ਨਾਲ ਗਰਜ ਨਾਲ ਹੁੰਦੀ ਆ। ਯਾਨੀ ਕਿ ਜਦੋਂ ਜਲ ਕਣਾਂ ਦਾ ਰੂਪ ਧਾਰਨ ਕਰ ਲਿਆ ਫਿਰ ਉਹ ਵਾਪਸ ਵਰਖਾ ਦੇ ਰੂਪ ਵਿੱਚ ਧਰਤੀ ਤੇ ਡਿੱਗਣਗੀਆਂ
ਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹਦੀ ਇਹ ਆ ਵੀ ਜਿਹੜੀ ਸਵਹੀਣ ਪ੍ਰਕਿਰਿਆ ਵਾ ਜਾਂ ਸਵਹੀਣ ਜਿਹੜੀ ਵਰਖਾ ਵਾ ਇਹਦੇ ਨਾਲ ਜਿਹੜਾ ਪਿਆ ਮੀਂਹ ਹੁੰਦਾ ਬਹੁਤ ਹੀ ਜ਼ੋਰ ਨਾਲ ਪੈਂਦਾ ਤੇ ਬਹੁਤ ਹੀ ਗਰਜ ਜਿੱਦਾਂ ਬਿਜਲੀ ਲਿਸ਼ਕਦੀ ਉਹ ਵਾਲੀ ਬਾਰਿਸ਼ ਜਿਹੜੀ ਆ ਉਹ ਇਸ ਸਵਹੀਣ ਪ੍ਰਕਿਰਿਆ ਦੇ ਨਾਲ ਹੁੰਦੀ ਆ। ਹੁਣ ਡੋਲਡਰਮਸ ਨੂੰ ਸਮਝੋ, ਕੋਈ ਨਹੀਂ ਆ, ਕੁਛ ਵੀ ਨਹੀਂ ਆਏ ਸ਼ਬਦ ਤੁਹਾਨੂੰ ਚਾਹੇ ਔਖਾ ਲੱਗ ਰਿਹਾ ਹੋਊਗਾ, ਡੋਲਡਰਮ ਚ ਕੁਝ ਨਹੀਂ ਆ। ਬਸ ਡੋਲਡਰਮ ਚ ਕੀ ਆ, ਵਾਯੂ ਦਾਬ ਘੱਟ ਤੇ ਤਾਪਮਾਨ ਵੱਧ। ਹੁਣ ਵੇਖੋ ਭੂ ਮੱਧ ਰੇਖਾ ਤੇ ਕੀ ਹੁੰਦਾ ਵਾ ਕਿ ਭੂ ਮੱਧ ਰੇਖਾ ਤੇ ਵਾਯੂ ਦਾਬ ਘੱਟ ਆ, ਤਾਪਮਾਨ ਜ਼ਿਆਦੇ ਆ, ਗਰਮੀ ਜ਼ਿਆਦੇ ਆ। ਫਿਰ ਕੀ ਹੁੰਦਾ ਵਾ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਹਮੇਸ਼ਾ ਹੀ ਜਿਹੜੀ ਆ ਵਾਯੂ ਦਾਬ ਦੀ ਪੇਟੀ ਬਣੀ ਰਹਿੰਦੀ ਆ। ਇਸ ਤਰ੍ਹਾਂ ਇੱਕ ਪੇਟੀ ਬਣੀ ਰਹਿੰਦੀ ਆ, ਠੀਕ ਆ, ਪੇਟੀ ਬਣੀ ਰਹਿੰਦੀ ਆ ਤੇ ਇਸੇ ਪੇਟੀ ਨੂੰ ਕੀ ਕਹਿ ਦਿੰਦੇ ਆ, ਡੋਲਡਰਮਸ ਕਹਿ ਦਿੰਦੇ ਆ। ਮੈਂ ਟੈਲੀਗ੍ਰਾਮ ਤੇ ਪਿਕਚਰ ਸੈਂਡ ਕਰ ਦੂੰਗੀ, ਉਥੋਂ ਤੁਹਾਨੂੰ ਪਿਕਚਰ ਦੇਖ ਕੇ ਸਾਰੀ ਕਲੈਰੀਫਿਕੇਸ਼ਨ ਹੋ ਜਾਊਗੀ। ਕੁਛ ਨਹੀਂ ਆ ਡੋਲਡਰਮਸ, ਬਸ ਇਹੀ ਯਾਦ ਰੱਖਾਂ ਕਿ ਮੱਧ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਵਾ, ਠੀਕ ਆ, ਤੇ ਉੱਥੇ ਤਾਪਮਾਨ ਜਿਹੜਾ ਵਾ ਉਹ ਵੱਧ ਹੁੰਦਾ, ਵਾਯੂ ਦਾਬ ਘੱਟ ਹੁੰਦਾ ਵਾ ਤੇ ਉੱਤਰ ਤੋਂ ਲੈ ਕੇ ਨਾਰਥ ਪੋਲ ਤੋਂ ਲੈ ਕੇ ਸਾਊਥ ਪੋਲ ਤੱਕ ਜਿਹੜਾ ਵਾ ਇੱਕ ਹਵਾਵਾਂ ਦੀ ਪੇਟੀ ਬਣੀ ਰਹਿੰਦੀ ਆ। ਉਸੇ ਨੂੰ ਹੀ ਡੋਲਡਰਮਸ ਜਿਹੜਾ ਵਾ ਕਹਿ ਦਿੰਦੇ ਆ, ਠੀਕ ਆ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੌਸਮੀ ਪੌਣਾ ਦੀ, ਠੀਕ ਆ। ਮੌਸਮੀ ਪੌਣਾ ਕੁਛ ਨਹੀਂ ਹੈ ਜ਼ਿਆਦਾ, ਠੀਕ ਹੈ, ਕੁਝ ਔਖਾ ਪੁਆਇੰਟ ਨਹੀਂ, ਬਸ ਸਮਝਣ ਦੀ ਲੋੜ ਆ। ਮੌਸਮੀ ਪੌਣਾ ਕੀ ਆ, ਇਹ ਮੌਸਮੀ ਪੌਣਾ ਜਿਹੜੀਆਂ ਵਾ ਇਹਨਾਂ ਨੂੰ ਆਪਾਂ ਦੋ ਤਰੀਕੇ ਦੇ ਨਾਲ ਸਮਝਣਾ ਵਾ। ਇੱਕ ਤੇ ਗਰਮੀ ਦੀਆਂ ਮੌਸਮੀ ਪੌਣਾ, ਠੀਕ ਹੈ, ਇੱਕ ਤੇ ਗਰਮੀ ਦੀਆਂ ਮੌਸਮੀ ਪੌਣਾ ਨੂੰ ਆਪਾਂ ਸਮਝਣਾ ਵਾ, ਠੀਕ ਹੈ, ਗਰਮੀ ਦੀਆਂ ਮੌਸਮੀ ਪੌਣਾ, ਤੇ ਦੂਜੀਆਂ ਆਪਾਂ ਸਮਝਣੀਆਂ ਵਾ ਸਰਦੀ ਦੀਆਂ ਮੌਸਮੀ ਪੌਣਾ, ਸਰਦੀ ਦੀਆਂ ਮੌਸਮੀ ਪੌਣਾ, ਠੀਕ ਹੈ, ਸਰਦੀ ਦੀਆਂ ਮੌਸਮੀ ਪੌਣਾ, ਠੀਕ ਹੈ। ਸਮਝੋ ਇਸ ਚੀਜ਼ ਨੂੰ, ਠੀਕ ਹੈ, ਕਿਉਂਕਿ ਮੌਸਮੀ ਪੌਣਾ ਜਿਹੜੀਆਂ ਵਾ ਹੁਣ ਸ਼ਬਦ ਤੋਂ ਹੀ ਪਤਾ ਲੱਗ ਰਿਹਾ ਵਾ। ਮੌਸਮੀ ਮਤਲਬ ਮੌਸਮੀ ਪੌਣਾ ਯਾਨੀ ਕਿ ਜਿਹੜੀਆਂ ਮੌਸਮ ਦੇ ਅਕੋਰਡਿੰਗ ਪੌਣਾ ਆਉਂਦੀਆਂ। ਇੱਥੋਂ ਕੀ ਸਾਨੂੰ ਕੀ ਪਤਾ ਲੱਗਾ ਕਿ ਗਰਮੀ ਦੀਆਂ ਮੌਸਮੀ ਪੌਣਾ ਤੇ ਸਰਦੀ ਦੀਆਂ ਮੌਸਮੀ ਪੌਣਾ, ਠੀਕ ਹੈ। ਜਦੋਂ ਤਾਂ ਗਰਮੀ ਹੁੰਦੀ ਆ, ਠੀਕ ਹੈ, ਜਦੋਂ ਗਰਮੀ ਹੁੰਦੀ ਆ ਤੇ ਉਦੋਂ ਕੀ ਹੋਊਗਾ, ਸਮੁੰਦਰ ਤੋਂ ਧਰਤੀ ਵੱਲ ਨੂੰ, ਠੀਕ ਹੈ, ਇਹ ਪੌਣਾ ਦਾ ਵਹਾਅ ਕਿੱਦਾਂ ਹੋਊਗਾ, ਸਮੁੰਦਰ ਤੋਂ ਧਰਤੀ ਵੱਲ ਨੂੰ, ਸਮੁੰਦਰ ਤੋਂ ਧਰਤੀ ਵੱਲ, ਸਮੁੰਦਰ ਤੋਂ ਧਰਤੀ ਵੱਲ, ਠੀਕ ਹੈ। ਜਿਹੜੀਆਂ ਪੌਣਾ ਸਮੁੰਦਰ ਤੋਂ ਧਰਤੀ ਵੱਲ ਚੱਲਦੀਆਂ ਉਹ ਹੁੰਦੀਆਂ ਵਾ ਗਰਮੀ ਦੀਆਂ ਮੌਸਮੀ ਪੌਣਾ। ਹੁਣ ਇੱਥੇ ਇੱਕ ਜਿਹੜਾ ਵਾ ਬਹੁਤ ਹੀ ਕਨਸੈਪਟ ਜਿਹੜਾ ਸਮਝਣ ਵਾਲਾ ਵਾ, ਸਾਡੇ ਜਿਹੜੀ ਬਰਸਾਤ ਸ਼ੁਰੂ ਹੋ ਜਾਂਦੀ ਆ ਮਿਡ ਜੁਲਾਈ ਤੋਂ ਸਤੰਬਰ ਤੱਕ, ਜਿਹੜੀ ਸਾਡੇ ਜਿਹੜਾ ਵਿੱਚੇ ਉਹਦੇ ਸਾਉਣ ਦਾ ਮਹੀਨਾ ਜਿਹੜਾ ਸਾਡਾ ਆਉਂਦਾ ਵਾ, ਮਿਡ ਜੁਲਾਈ ਤੋਂ ਸਤੰਬਰ ਤੱਕ ਜਿਹੜੀ ਸਾਡੇ ਵਰਖਾ ਹੁੰਦੀ ਆ ਉਹ ਗਰਮੀ ਦੀਆਂ ਮੌਸਮੀ ਪੌਣਾ ਕਰਕੇ ਹੀ ਹੁੰਦੀ ਆ, ਕਿਉਂਕਿ ਉਦੋਂ ਜਿਹੜੀਆਂ ਪੌਣਾ ਵਾ ਉਹ ਸਮੁੰਦਰ ਤੋਂ ਧਰਤੀ ਵੱਲ ਨੂੰ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਵਾ। ਇਸੇ ਕਰਕੇ ਜਿਹੜੀ ਸਾਡੇ ਜੁਲਾਈ, ਮਿਡ ਜੁਲਾਈ ਤੇ ਸਤੰਬਰ ਦੀ ਜਿਹੜੀ ਸਾਡੇ ਵਰਖਾ ਹੁੰਦੀ ਆ, ਜਿਹੜੇ ਸਾਡੇ ਮੀਂਹ ਪੈਂਦੇ ਆ, ਉਹ ਇਸੇ ਹੀ ਵਜ੍ਹਾ ਕਰਕੇ ਪੈਂਦੇ ਆ। ਤੇ ਜੇ ਗੱਲ ਆ ਜੇ ਸਰਦੀ ਦੀਆਂ ਮੌਸਮੀ ਪੌਣਾ ਦੀ, ਤੇ ਸਰਦੀ ਦੀਆਂ ਮੌਸਮੀ ਪੌਣਾ ਤੁਸੀਂ ਉਲਟ ਕਰ ਦੇਣੀਆਂ ਵਾ। ਇਹ ਧਰਤੀ ਤੋਂ ਕਿੱਥੋਂ ਚੱਲਦੀਆਂ ਵਾ, ਸਮੁੰਦਰ ਵੱਲ ਨੂੰ ਚੱਲਦੀਆਂ ਵਾ, ਧਰਤੀ ਤੋਂ ਸਮੁੰਦਰ ਵੱਲ ਨੂੰ ਚੱਲਦੀਆਂ ਵਾ, ਠੀਕ ਹੈ, ਧਰਤੀ ਤੋਂ ਸਮੁੰਦਰ ਵੱਲ ਨੂੰ ਚੱਲਦੀਆਂ ਵਾ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੀ ਸਾਡੀ ਅਕਤੂਬਰ ਦੇ ਵਿੱਚ ਹਲਕੀ ਜੀ ਬਾਰਿਸ਼ ਹੋ ਜਾਂਦੀ ਹੈ ਨਾ, ਆ ਜਦੋਂ ਅਸੀਂ ਆਪਣੇ ਜਦੋਂ ਆਪਣੇ ਝੋਨੇ ਲੱਗਦੇ, ਥੋੜੀ ਹਲਕੀ ਕਦੇ ਕਦੇ ਹੁੰਦੀ, ਕਦੇ ਕਦੇ ਨਹੀਂ ਹੁੰਦੀ, ਜਿਹੜੀ ਗਰਜ ਦੇ ਨਾਲ ਬਾਰਿਸ਼ ਹੁੰਦੀ ਆ ਉਹ ਇਹ ਵਾਲੀ ਬਾਰਿਸ਼ ਹੁੰਦੀ ਆ, ਠੀਕ ਹੈ, ਅਕਤੂਬਰ, ਠੀਕ ਹੈ, ਸਤੰਬਰ, ਅਕਤੂਬਰ ਨਵੰਬਰ ਦੇ ਵਿੱਚ ਜਿਹੜੀ ਬਾਰਿਸ਼ ਆਪਣੇ ਹਲਕੀ ਜੀ ਹੁੰਦੀ ਆ ਉਹ ਇਸੇ ਕਾਰਨ ਕਰਕੇ ਹੁੰਦੀ ਆ। ਜਿਹੜੀਆਂ ਸਰਦੀ ਦੀਆਂ ਮੌਸਮੀ ਪੌਣਾ ਧਰਤੀ ਤੋਂ ਸਮੁੰਦਰ ਵੱਲ ਨੂੰ ਤੇ ਗਰਮੀ ਦੀਆਂ ਮੌਸਮੀ ਪੌਣਾ ਸਮੁੰਦਰ ਤੋਂ ਧਰਤੀ ਵੱਲ ਨੂੰ ਚੱਲਦੀਆਂ ਵਾ। ਇਸ ਕਨਸੈਪਟ ਨੂੰ ਤੁਸੀਂ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਸਮਝ ਲੈਣਾ ਵਾ, ਫਿਰ ਤੁਹਾਨੂੰ ਕੋਈ ਵੀ ਕਨਫਿਊਜ਼ਨ ਜਿਹੜੀ ਆ ਨਹੀਂ ਹੋਊਗੀ, ਠੀਕ ਆ। ਮੈਂ NCERT ਦੇ ਵਿੱਚੋਂ ਕੱਢ ਕੇ ਜਿਹੜੀ ਇਹਨਾਂ ਨੂੰ ਪਹਿਲਾਂ ਸਮਝਿਆ, ਫਿਰ ਉਹਨਾਂ ਨੂੰ ਪੰਜਾਬੀ 'ਚ ਟਰਾਂਸਲੇਟ ਕਰਕੇ ਲੈ ਕੇ ਆਈ ਆ। ਗਰਮੀ ਦੀਆਂ ਜਿਹੜੀਆਂ ਮੌਸਮੀ ਪੌਣਾ ਵਾ ਦੱਖਣੀ ਏਸ਼ੀਆ, ਦੱਖਣੀ ਪੂਰਬੀ ਅਤੇ ਪੂਰਬੀ ਏਸ਼ੀਆ ਵਿੱਚ ਬਹੁਤ ਵਰਖਾ ਕਰਦੀਆਂ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਜਿਹੜੀਆਂ ਗਰਮੀ ਦੀਆਂ ਮੌਸਮੀ ਪੌਣਾ ਵਾ, ਠੀਕ ਹੈ, ਆ ਜਿਹੜੀਆਂ ਗਰਮੀ ਦੀਆਂ ਮੌਸਮੀ ਪੌਣਾ ਵਾ ਇਹ ਕਿੱਥੇ ਕਿੱਥੇ ਵਰਖਾ ਕਰਦੀਆਂ ਵਾ, ਦੱਖਣੀ ਏਸ਼ੀਆ, ਦੱਖਣੀ ਪੂਰਬੀ, ਠੀਕ ਹੈ, ਦੱਖਣੀ ਏਸ਼ੀਆ, ਠੀਕ ਹੈ, ਦੱਖਣੀ ਏਸ਼ੀਆ ਹੋ ਗਿਆ। ਇਸ ਤੋਂ ਬਾਅਦ ਹੋ ਗਿਆ ਦੱਖਣੀ ਪੂਰਬੀ ਏਸ਼ੀਆ ਹੋ ਗਿਆ, ਠੀਕ ਹੈ, ਦੱਖਣੀ ਪੂਰਬੀ ਏਸ਼ੀਆ ਹੋ ਗਿਆ,
ठीक है। ते एक इन्होंने दस्या वा पूर्वी एशिया दखण ਜਿਹੜਾ ਏਸ਼ੀਆ ਵਾ ਦੱਖਣੀ ਭਾਗ ਉਹਦਾ ਪੂਰਬੀ ਭਾਗ ਇੱਥੇ ਜ਼ਿਆਦਾ ਵਰਖਾ ਕਰਦੀਆਂ ਵਾ ਕਿਹੜੀਆਂ ਜਿਹੜੀਆਂ ਕਿ ਗਰਮੀ ਦੀਆਂ ਮੌਸਮੀ ਪੌਣਾ ਵਾ। ਠੀਕ ਹੈ, ਮੈਂ ਪਿਕਚਰ ਤੁਹਾਨੂੰ ਇੱਥੋਂ ਸੈਂਡ ਕਰ ਦੂੰਗੀ, ਫਿਰ ਤੁਹਾਡੇ ਲਈ ਪੜ੍ਹਨਾ ਜਿਹੜਾ ਵਾ ਆਸਾਨ ਹੋ ਜਾਊਗਾ। ਦੇਖਿਓ ਮੈਂ ਨਾ ਪ੍ਰੋਪਰ ਨੋਟਸ ਬਣਾਏ ਹੋਏ ਆ NCERT ਤੋਂ ਟਰਾਂਸਲੇਟ ਕਰਕੇ। ਠੀਕ ਆ, ਤੁਸੀਂ ਦੇਖ ਸਕਦੇ ਹੋ। ਇਹਨਾਂ ਦੀਆਂ ਪਿਕਚਰ ਜਿਹੜੀਆਂ ਵਾ ਮੈਂ ਟੈਲੀਗ੍ਰਾਮ ਤੇ ਸੈਂਡ ਕਰ ਦੂੰਗੀ, ਤੁਸੀਂ ਖੁਦ ਪੜ੍ਹ ਕੇ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਸਮਝ ਜਾਵੋ, ਕਿਉਂਕਿ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਲਿਖਿਆ ਹੋਇਆ ਵਾ। ਪਰ ਇਹਦੇ ਲਈ ਤੁਹਾਨੂੰ ਟੈਲੀਗ੍ਰਾਮ ਜਿਹੜਾ ਵਾ ਜੁਆਇਨ ਕਰਨਾ ਪਊਗਾ। ਮੈਂ ਪਿੰਨ ਕਰ ਦਿੰਦੀ ਹੁੰਦੀ ਆ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ, ਉੱਥੇ ਜਾ ਕੇ ਤੁਸੀਂ ਟੈਲੀਗ੍ਰਾਮ ਜਿਹੜਾ ਵਾ ਜੁਆਇਨ ਕਰ ਲੈਣਾ ਵਾ। ਠੀਕ ਹੈ, ਫਿਰ ਇਹ ਕਹਿੰਦੇ ਆ ਕਿ ਇਸ ਤੋਂ ਇਲਾਵਾ ਘੱਟ ਵਾਯੂ ਦਾਬ ਵਾਲੇ ਇਲਾਕੇ ਵਿੱਚ ਉੱਤਰ ਪੂਰਬੀ ਭਾਰਤ ਤੇ ਪਾਕਿਸਤਾਨ ਤੇ ਦੂਜਾ ਮੱਧ ਏਸ਼ੀਆ ਹਨ। ਇਸ ਵੇਲੇ ਸੂਰਜ ਕਰਕ ਰੇਖਾ ਤੇ ਸਿੱਧਾ ਚਮਕਦਾ। ਮੈਂ ਹੁਣੇ ਦੱਸਿਆ ਨਾ ਕਿ ਸਾਡੇ ਜਿਹੜੀ ਜੁਲਾਈ ਸਤੰਬਰ ਦੇ ਬਾਰਿਸ਼ ਹੁੰਦੀ ਆ, ਕਿਉਂਕਿ ਅਸੀਂ ਕਿਹੜੇ ਹਿੱਸੇ ਦੇ ਵਿੱਚ ਆ, ਅਸੀਂ ਉੱਤਰੀ ਪੂਰਬੀ ਹਿੱਸੇ ਦੇ ਵਿੱਚ ਆ। ਸੋ ਇੱਥੋਂ ਤੁਸੀਂ ਆਸਾਨੀ ਦੇ ਨਾਲ ਸਮਝ ਸਕਦੇ ਹੋ ਕਿ ਭਾਰਤ ਦੇ ਉੱਤਰੀ ਪੂਰਬੀ ਹਿੱਸਿਆਂ ਦੇ ਵਿੱਚ ਜਿਹੜੀ ਵਰਖਾ ਹੁੰਦੀ ਆ ਉਹ ਗਰਮੀ ਦੀਆਂ ਮੌਸਮੀ ਪੌਣਾਂ ਦੇ ਨਾਲ ਹੀ ਹੁੰਦੀ ਆ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਅਗਲੇ ਪੁਆਇੰਟ ਤੇ ਆ ਜਾਓ, ਜਿਹੜੀਆਂ ਸਾਡੀਆਂ ਸਰਦੀ ਦੀਆਂ ਮੌਸਮੀ ਪੌਣਾਂ ਵਾ ਆਹ ਵਾਲੀਆਂ। ਠੀਕ ਆ, ਹੁਣ ਜਿਹੜੀਆਂ ਸਾਡੀਆਂ ਸਰਦੀ ਦੀਆਂ ਮੌਸਮੀ ਪੌਣਾਂ ਵਾ, ਸਰਦੀਆਂ ਵਿੱਚ ਉੱਤਰੀ ਅਰਧ ਗੋਲੇ ਵਿੱਚ ਏਸ਼ੀਆ ਮਹਾਦੀਪ ਦੇ ਮੱਧ ਦੇ ਭਾਗ ਜ਼ਿਆਦਾ ਠੰਡੇ ਹੁੰਦੇ ਹਨ, ਕਿਉਂਕਿ ਜਿਹੜੇ ਉੱਤਰੀ ਗੋਲਾਰਧ ਕੀ ਆ, ਠੀਕ ਆ, ਆਹ ਸਾਡਾ ਕੀ ਆ ਉੱਤਰੀ ਗੋਲਾਰਧ ਆ, ਇਹ ਬਹੁਤ ਹੀ ਜ਼ਿਆਦਾ ਕਹਿੰਦੇ ਵੀ ਠੰਡੇ ਹੁੰਦੇ ਆ। ਇਸ ਦੇ ਮੁਕਾਬਲੇ ਧਰਤੀ ਦੇ ਆਲੇ ਦੁਆਲੇ ਸਮੁੰਦਰਾਂ ਵਿੱਚ ਹਵਾ ਦਾ ਦਿਖਾਓ ਨੀਵਾਂ ਹੋ ਜਾਂਦਾ ਹੈ। ਸੋ ਸਰਦੀਆਂ ਵਿੱਚ ਪੌਣਾ ਧਰਤੀ ਤੋਂ ਸਮੁੰਦਰ ਵੱਲ ਨੂੰ ਚੱਲਦੀਆਂ। ਠੀਕ ਆ, ਮੈਂ ਲਿਖਿਆ ਨਾ ਸਰਦੀ ਦੇ ਵਿੱਚ ਕੀ ਹੁੰਦਾ ਵਾ ਕਿ ਪੌਣਾ ਜਿਹੜੀਆਂ ਵਾ ਧਰਤੀ ਤੋਂ ਸਮੁੰਦਰ ਵੱਲ ਨੂੰ ਚੱਲਦੀਆਂ। ਇਹਦੇ ਨਾਲ ਕੀ ਹੁੰਦਾ ਵਾ ਕਿ ਜਿਸ ਕਰਕੇ ਇਹਨਾਂ ਵਿੱਚ ਘੱਟ ਨਮੀ ਹੁੰਦੀ ਹੈ, ਪਰ ਜਦੋਂ ਇਹ ਸਮੁੰਦਰ ਤੋਂ ਉੱਪਰੋਂ ਗੁਜ਼ਰਦੀਆਂ, ਠੀਕ ਹੈ, ਵੇਖੋ ਵੀ ਇਹ ਧਰਤੀ ਤੋਂ ਸਮੁੰਦਰ ਵੱਲ ਚੱਲੀਆਂ, ਧਰਤੀ ਤੋਂ ਸਮੁੰਦਰ ਵੱਲ ਨੂੰ ਚੱਲੀਆਂ। ਆਹ ਸਾਡੀ ਮੰਨ ਲਓ ਧਰਤੀ ਆ ਤੇ ਆਹ ਸਾਡਾ ਸਮੁੰਦਰ ਆ। ਠੀਕ ਆ, ਜਦੋਂ ਇਹ ਧਰਤੀ ਵੱਲ ਚੱਲੀਆਂ ਇਹਨਾਂ ਦੇ ਵਿੱਚ ਨਮੀ ਨਹੀਂ ਹੈਗੀ, ਕਿਉਂਕਿ ਇਹ ਖੁਸ਼ਕ ਪੌਣਾ ਵਾ। ਠੀਕ ਆ, ਖੁਸ਼ਕ ਪੌਣਾ ਕਿਉਂਕਿ ਧਰਤੀ ਤੇ ਚੱਲੀਆਂ, ਮੈਦਾਨੀ ਇਲਾਕੇ ਤੋਂ ਚੱਲੀਆਂ ਹਨਾ। ਜਦੋਂ ਇਹ ਚੱਲੀਆਂ ਤੇ ਇਹਨਾਂ ਦੇ ਵਿੱਚ ਨਮੀ ਨਹੀਂ ਹੈਗੀ, ਪਰ ਜਦੋਂ ਇਹ ਸਮੁੰਦਰ ਦੇ ਉੱਤੋਂ ਦੀ ਲੰਘੀਆਂ ਤੇ ਇਹਨਾਂ ਦੇ ਵਿੱਚ ਕੀ ਹੋਇਆ, ਇਹਨਾਂ ਦੇ ਵਿੱਚ ਨਮੀ ਭਰ ਗਈ। ਕਹਿੰਦੇ ਜਦੋਂ ਨਮੀ ਭਰ ਗਈ ਅੱਗੇ ਜਾ ਕੇ ਇਹ ਪੌਣਾ ਪੱਛਮੀ ਜਾਪਾਨ ਦੇ ਤੱਟ, ਭਾਰਤ ਦੇ ਪੂਰਬੀ ਤੱਟ ਅਤੇ ਚੇਨਈ ਵਿੱਚ ਵਰਖਾ ਕਰਦੀਆਂ ਹਨ। ਇਹ ਕਿੱਥੇ ਕਿੱਥੇ ਵਰਖਾ ਕਰਦੀਆਂ ਵਾ? ਜਾਪਾਨ ਦੇ ਵਿੱਚ ਤੇ ਚੇਨਈ ਦੇ ਵਿੱਚ। ਜਾਪਾਨ ਚੇਨਈ, ਠੀਕ ਹੈ, ਜਾਪਾਨ ਚੇਨਈ ਹੋ ਗਿਆ ਤੇ ਭਾਰਤ ਦਾ ਪੂਰਬੀ ਹਿੱਸਾ, ਭਾਰਤ ਦਾ ਪੂਰਬੀ ਹਿੱਸਾ, ਭਾਰਤ ਦਾ ਪੂਰਬੀ ਹਿੱਸਾ। ਇੱਥੇ ਬਾਰਿਸ਼, ਇਹ ਜਿਹੜੀਆਂ ਸਰਦੀ ਦੀਆਂ ਪੌਣਾਂ ਵਾ ਨਾ, ਇਹ ਇੱਥੇ ਬਾਰਿਸ਼ ਏਦਾਂ ਕਰਦੀਆਂ ਵਾ ਜਿੱਦਾਂ ਸਾਡੇ ਜੁਲਾਈ ਸਤੰਬਰ ਤੇ ਹੁੰਦੀ ਆ। ਸਾਡੇ ਜੁਲਾਈ ਸਤੰਬਰ 'ਚ ਜ਼ਿਆਦਾ ਬਾਰਿਸ਼ ਹੁੰਦੀ ਆ, ਪਰ ਜਿਹੜੇ ਜਾਪਾਨ ਚੇਨਈ ਤੇ ਭਾਰਤ ਦਾ ਜਿਹੜਾ ਪੂਰਬੀ ਹਿੱਸਾ ਵਾ, ਉੱਥੇ ਜਿਹੜੀ ਆ ਸਰਦੀਆਂ ਦੇ ਵਿੱਚ ਜਿਹੜੀਆਂ ਮੌਸਮੀ ਪੌਣਾਂ ਚੱਲਦੀਆਂ ਅਕਤੂਬਰ ਨਵੰਬਰ ਦੇ ਵਿੱਚ, ਉਦੋਂ ਜ਼ਿਆਦਾ ਬਾਰਿਸ਼ ਜਿਹੜੀ ਆ ਹੁੰਦੀ ਆ। ਠੀਕ ਆ, ਪੁਆਇੰਟ ਕਲੀਅਰ। ਇਸ ਤੋਂ ਬਾਅਦ ਸਾਡਾ ਅੱਗੇ ਉਹਨਾਂ ਨੇ ਦਿੱਤਾ ਆ, ਹਾਂ ਮੌਸਮੀ ਪੌਣਾਂ ਹੋ ਗਈਆਂ। ਠੀਕ ਹੈ, ਤੇ ਇਸ ਤੋਂ ਬਾਅਦ ਆਪਣਾ ਅਗਲਾ ਪੁਆਇੰਟ ਆਉਂਦਾ ਵਾ ਜਿਹਦੇ ਵਿੱਚ ਆਪਾਂ ਜਲ ਸਮੀਰ, ਥਲ ਸਮੀਰ, ਲੂ, ਇਹਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਠੀਕ ਆ, ਮੌਸਮੀ ਪੌਣਾ ਕਰਨ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਸਥਾਨਕ ਪੌਣਾ ਤੇ। ਠੀਕ ਹੈ, ਜੇਕਰ ਅਸੀਂ ਸਥਾਨਕ ਪੌਣਾ ਦੀ ਗੱਲ ਕਰੀਏ ਤੇ ਸਥਾਨਕ ਪੌਣਾ ਅੱਗੋਂ ਦੋ ਤਰ੍ਹਾਂ ਦੀਆਂ ਹੁੰਦੀਆਂ। ਜਦੋਂ ਅਸੀਂ ਸਥਾਈ ਪੌਣਾ ਦੀ ਮੌਸਮੀ ਪੌਣਾ ਦੀ ਗੱਲ ਕੀਤੀ ਸੀ ਤੇ ਮੌਸਮੀ ਪੌਣਾ ਨੂੰ ਅਸੀਂ ਦੋ ਤਰੀਕੇ ਦੇ ਨਾਲ ਪੜ੍ਹਿਆ ਸੀ, ਗਰਮੀ ਦੀਆਂ ਮੌਸਮੀ ਪੌਣਾ ਤੇ ਸਰਦੀ ਦੀਆਂ ਮੌਸਮੀ ਪੌਣਾ। ਪਰ ਜਦੋਂ ਅਸੀਂ ਅੱਗੇ ਤੀਜੀ ਟਾਈਪ ਦੀਆਂ ਪੌਣਾ ਪੜ੍ਹਦੇ ਹਾਂ ਸਥਾਨਕ ਪੌਣਾ ਦੀ, ਤਾਂ ਇਹ ਵੀ ਅੱਗੋਂ ਦੋ ਤਰ੍ਹਾਂ ਦੀਆਂ ਵਾ, ਜਲ ਸਮੀਰ ਤੇ ਥਲ ਸਮੀਰ। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਸਭ ਤੋਂ ਪਹਿਲਾਂ ਤੁਸੀਂ ਸਮਝੋ ਕਿ ਜਲ ਸਮੀਰ ਕੀ ਆ। ਦਿਨ ਵੇਲੇ ਕੀ ਹੁੰਦਾ ਕਿ ਦਿਨ ਵੇਲੇ ਧਰਤੀ ਜਿਹੜੀ ਆ ਉਹ ਸਮੁੰਦਰ ਨਾਲੋਂ ਜ਼ਿਆਦਾ ਗਰਮ ਹੋ ਜਾਂਦੀ ਆ। ਠੀਕ ਆ, ਧਰਤੀ ਜਿਹੜੀ ਦਿਨ ਵੇਲੇ ਗਰਮ ਹੋ ਜਾਂਦੀ ਆ, ਥਲ ਉੱਤੇ ਦਬਾਅ ਘਟ ਜਾਂਦਾ ਹੈ। ਦਿਨ ਵੇਲੇ ਸਮੁੰਦਰ ਵੱਲੋਂ ਠੰਡੀ ਹਵਾ ਜਿਹੜੀ ਚੱਲਣੀ ਸ਼ੁਰੂ ਹੋ ਜਾਂਦੀ ਆ, ਜਿਸ ਨੂੰ ਜਲ ਸਮੀਰ ਕਹਿੰਦੇ ਆ। ਸਮਝੋ ਦਿਨ ਵੇਲੇ ਕੀ ਹੁੰਦਾ ਵਾ, ਧਰਤੀ ਜਿਹੜੀ ਆ ਉਹ ਸਮੁੰਦਰ ਨਾਲੋਂ ਜ਼ਿਆਦਾ ਗਰਮ ਹੈ, ਕਿਉਂਕਿ ਦਿਨ ਵੇਲੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ। ਠੀਕ ਆ, ਤੇ ਕੀ ਹੁੰਦਾ ਵਾ ਕਿ ਜਿਹੜੀਆਂ ਹਵਾਵਾਂ ਵਾ ਉਹ ਸਮੁੰਦਰ ਵੱਲ ਨੂੰ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਇਸੇ ਹੀ ਸਿਸਟਮ ਨੂੰ ਕੀ ਕਹਿੰਦੇ ਆ, ਜਲ ਸਮੀਰ ਕਹਿੰਦੇ ਆ। ਤੇ ਇਹਦੇ ਉਲਟ ਥਲ ਸਮੀਰ ਕੀ ਆ ਵੀ ਰਾਤ ਵੇਲੇ ਧਰਤੀ ਠੰਡੀ ਹੋ ਜਾਂਦੀ ਆ ਤੇ ਸਮੁੰਦਰ ਗਰਮ ਹੋ ਜਾਂਦਾ ਵਾ। ਜਲ ਸਮੀਰ ਦੇ ਵਿੱਚ ਕੀ ਹੁੰਦਾ ਵਾ ਵੀ ਧਰਤੀ ਗਰਮ ਹੁੰਦੀ, ਸਮੁੰਦਰ ਠੰਡਾ ਹੁੰਦਾ ਵਾ। ਠੀਕ ਆ,
ਤੇ ਇੱਥੇ ਕੀ ਹੁੰਦਾ, ਥਾਲਸਮੀਰ ਦੇ ਵਿੱਚ ਕੀ ਹੁੰਦਾ ਵੀ ਧਰਤੀ ਠੰਡੀ ਹੋ ਜਾਂਦੀ ਹੈ ਤੇ ਸਮੁੰਦਰ ਗਰਮ ਹੋ ਜਾਂਦਾ ਵਾ, ਤੇ ਫਿਰ ਕੀ ਹੁੰਦਾ ਵਾ, ਧਰਤੀ ਵੱਲੋਂ ਪੌਣਾ ਸਮੁੰਦਰ ਵੱਲ ਚੱਲਦੀਆਂ, ਜਿਸ ਨੂੰ ਥਾਲਸਮੀਰ ਕਿਹਾ ਜਾਂਦਾ ਵਾ। ਠੀਕ ਹੈ, ਉਲਟਾ ਕਰ ਦੇਣਾ ਇਹ ਸਟਰਕਚਰ ਜਿਹੜਾ ਤੁਸੀਂ ਇਹਨੂੰ ਸਮਝ ਲੈਣਾ, ਇਹ ਹੈਗਾ ਵਾ ਜਲ ਸਮੀਰ ਤੇ ਥਲ ਸਮੀਰ ਦਾ ਸਿਸਟਮ। ਉਸ ਤੋਂ ਬਾਅਦ ਸਾਡੀਆਂ ਆਉਂਦੀਆਂ ਵਾ ਪਹਾੜੀ ਵਾਦੀ ਦੀਆਂ ਪੌਣਾ। ਠੀਕ ਹੈ, ਇਹ ਇੰਪੋਰਟੈਂਟ ਸੀ, ਵੈਸੇ NCERT ਦੇ ਵਿੱਚ ਇਹਦੇ ਬਾਰੇ ਨਹੀਂ ਦਿੱਤਾ, ਪਰ ਉਹਨਾਂ ਨੇ ਸਿਰਫ ਪਹਾੜੀ ਪਰਬਤੀ ਵਰਖਾ ਦੱਸੀ ਆ, ਪੌਣਾ ਬਾਰੇ ਨਹੀਂ ਦੱਸਿਆ, ਪਰ ਇਹ ਇੰਪੋਰਟੈਂਟ ਆ। ਕਿਉਂਕਿ ਦੇਖੋ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਰਾਤ ਵੇਲੇ ਠੰਡੀਆਂ ਹੋ ਜਾਂਦੀਆਂ, ਉੱਚੀਆਂ ਉੱਚੀਆਂ ਪਹਾੜੀਆਂ ਦੀਆਂ ਤਿੱਖੀਆਂ ਚੋਟੀਆਂ ਹਨਾ, ਉਹ ਠੰਡੀਆਂ ਹੋ ਜਾਂਦੀਆਂ। ਜਿਹੜੀਆਂ ਇੱਥੋਂ ਉੱਠਦੀਆਂ ਹਵਾਵਾਂ ਵਾ ਉਹ ਨੀਵੀਆਂ ਵਾਦੀਆਂ ਵੱਲ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਨੀਵੀਆਂ ਵਾਦੀਆਂ ਵੱਲ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਵਾ ਤੇ ਦਿਨ ਵੇਲੇ ਗਰਮ ਹੋ ਕੇ, ਜਦੋਂ ਦਿਨ ਚੜ੍ਹਦਾ, ਠੀਕ ਆ, ਗਰਮ ਹੋ ਕੇ ਉਹ ਉੱਪਰ ਉੱਠ ਜਾਂਦੀਆਂ। ਠੀਕ ਆ, ਤੇ ਇਹ ਮੈਂ ਪੜ੍ਹਾ ਕਿਉਂ ਰਹੀ ਆ, ਕਿਉਂਕਿ ਸਵਿਟਜ਼ਰਲੈਂਡ ਵਿੱਚ ਇਹ ਵਾਲੀਆਂ ਹਵਾਵਾਂ ਨੂੰ ਫੌਹਣ ਦੀਆਂ ਪੌਣਾ ਕਹਿੰਦੇ ਆ, ਤੇ ਉੱਤਰੀ ਅਮਰੀਕਾ ਦੇ ਵਿੱਚ ਇਹਨਾਂ ਪੌਣਾ ਨੂੰ ਚਨੂਕ ਕਹਿੰਦੇ ਆ। ਠੀਕ ਆ, ਫੌਹਣ ਤੇ ਚਨੂਕ ਸ਼ਬਦ ਜਿਹੜਾ ਵਾ, ਹੋ ਸਕਦਾ ਸਾਨੂੰ ਪੁੱਛ ਲੈਣ ਵੀ ਫੌਹਣ ਤੇ ਚਨੂਕ ਕੀ ਆ। ਜਿਹੜੀਆਂ ਪਹਾੜੀ ਵਾਦੀ ਦੀਆਂ ਪੌਣਾ ਵਾ ਉਹਨਾਂ ਨੂੰ ਸਵਿਟਜ਼ਰਲੈਂਡ ਵਿੱਚ ਫੌਹਣ ਕਹਿੰਦੇ ਆ, ਜਿਹੜੀਆਂ ਪਹਾੜੀ ਵਾਦੀ ਦੀਆਂ ਪੌਣਾ ਵਾ ਉਹਨਾਂ ਨੂੰ ਉੱਤਰੀ ਅਮਰੀਕਾ ਦੇ ਵਿੱਚ ਚਨੂਕ ਕਹਿੰਦੇ ਆ। ਠੀਕ ਆ, ਉਸ ਤੋਂ ਬਾਅਦ ਆਪਣਾ ਰਹਿ ਗਿਆ ਚੱਕਰਵਾਤ ਤੇ ਜਾਣਾ ਆਪਾਂ। ਕਿ ਚੱਕਰਵਾਤ ਕੀ, ਆਪਣਾ ਲਾਸਟ ਕਨਸੈਪਟ ਬਚ ਗਿਆ ਵੀ ਚੱਕਰਵਾਤ ਕੀ। ਆਪਾਂ ਚੱਕਰਵਾਤ ਨੂੰ ਸਮਝਦੇ ਆ, ਜਿਹੜਾ ਕਿ ਸਾਡੀ NCERT ਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਡਿਫਾਈਨ ਕੀਤਾ ਹੈ। ਚੱਕਰਵਾਤ ਨੂੰ ਸਮਝੋ ਵੀ ਚੱਕਰਵਾਤ ਕੀ ਆ। ਦੇਖੋ ਇਹ ਪੌਣਾ ਦਾ ਅਜਿਹਾ ਚੱਕਰ ਹੈ ਜਿਸ ਦੇ ਅੰਦਰ ਘੱਟ ਵਾਯੂਦਾਬ ਅਤੇ ਬਾਹਰ ਵੱਧ ਵਾਯੂਦਾਬ ਹੁੰਦਾ। ਇਹ ਕਨਸੈਪਟ ਮੈਂ ਤੁਹਾਨੂੰ ਪਤਾ ਨਹੀਂ ਕਿੰਨੀ ਕੁ ਵਾਰੀ ਦੱਸ ਚੁੱਕੀ ਵੀ ਜਿਹੜਾ ਚੱਕਰ ਆ ਹਵਾਵਾਂ ਦਾ ਗੇੜ ਆ, ਜਿਹੜਾ ਉਹਦੇ ਅੰਦਰ ਘੱਟ ਵਾਯੂਦਾਬ ਤੇ ਵੱਧ ਜ਼ਿਆਦੇ ਹੋਊਗਾ। ਫਿਰ ਕੀ ਹੁੰਦਾ ਵਾ, ਪੌਣਾ ਵੱਧ ਵਾਯੂਦਾਬ ਤੋਂ ਘੱਟ, ਯਾਨੀ ਕਿ ਅੰਦਰ। ਹੁਣ ਬਾਹਰ ਕੀ ਆ, ਬਾਹਰ ਵੱਧ ਵਾਯੂਦਾਬ ਆ ਤੇ ਅੰਦਰ ਘੱਟ ਆ, ਤੇ ਫਿਰ ਪੌਣਾ ਬਾਹਰ ਤੋਂ ਅੰਦਰ ਵੱਲ ਨੂੰ ਚੱਲਣਗੀਆਂ, ਯਾਨੀ ਕਿ ਬਾਹਰ ਤੋਂ ਅੰਦਰ ਵੱਲ ਨੂੰ ਇਸ ਤਰੀਕੇ ਦੇ ਨਾਲ ਚੱਲਣਗੀਆਂ। ਜਦੋਂ ਇਸ ਤਰੀਕੇ ਦੇ ਨਾਲ ਇਹ ਚੱਲਦੀਆਂ ਵਾ ਤੇ ਹੁੰਦਾ ਕੀ ਆ, ਉੱਤਰੀ ਅਰਧ ਗੋਲੇ ਵਿੱਚ ਖੱਬਾ ਗੇੜ ਤੇ ਦੱਖਣੀ ਅਰਧ ਗੋਲੇ ਵਿੱਚ ਸੱਜਾ ਗੇੜ। ਠੀਕ ਆ, ਹੁਣ ਠੀਕ ਆ, ਉੱਤਰੀ ਅਰਧ ਗੋਲੇ ਵਿੱਚ ਖੱਬਾ ਗੇੜ ਹੋਊਗਾ ਇਹਨਾਂ ਚੱਕਰਵਾਤਾਂ ਦਾ, ਤੇ ਦੱਖਣੀ ਅਰਧ ਗੋਲੇ ਵਿੱਚ ਸੱਜਾ ਗੇੜ ਹੋਊਗਾ, ਯਾਨੀ ਕਿ ਇੱਕ ਦੂਜੇ ਉਲਟ ਹੋਊਗਾ। ਖੱਬਾ ਗੇੜ ਕਦੋਂ ਹੋਊਗਾ, ਖੱਬਾ ਗੇੜ ਉਦੋਂ ਹੋਊਗਾ ਜਦੋਂ ਅੰਦਰ ਵੱਧ ਵਾਯੂਦਾਬ ਹੋਊਗਾ ਤੇ ਬਾਹਰ ਘੱਟ ਹੋਊਗਾ। ਤੇ ਅਰਧ ਗੋਲ ਯਾਨੀ ਕਿ ਦੋਵੇਂ ਜਿਹੜੇ ਆ ਇਹ ਇੱਕ ਦੂਜੇ ਦੇ ਆਪੋਜ਼ਿਟ ਹੋਣਗੇ। ਇਹਨੂੰ ਹੀ ਆਪਾਂ ਕਲੌਕਵਾਈਜ਼ ਹਵਾਵਾਂ ਜਿਹੜੀਆਂ ਚੱਲਦੀਆਂ ਵਾ ਇਹਨਾਂ ਨੂੰ ਹੀ ਆਪਾਂ ਚੱਕਰਵਾਤ ਕਹਿ ਦਿੰਨੇ ਆ। ਠੀਕ ਹੈ, ਇਹਨਾਂ ਨੂੰ ਹੀ ਆਪਾਂ ਚੱਕਰਵਾਤ ਕਹਿ ਦਿੰਨੇ ਆ। ਤੇ ਇੱਥੇ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਦੱਸਿਆ ਵਾ, कहते कि भारत के पूर्वी समुद्री तट पर स्थित उड़ीसा में बंगाल की खाड़ी से उठने वाले चक्रवातों का खतरा बना रहता है। 17-18 अक्टूबर यानी कि 1999 यानी 1999 को राज्य के 5 जिलों में चक्रवात आया। 29 अक्टूबर 1999 को एक अन्य महाचक्रवात आया जिसने राज्य के एक बड़े भाग में तबाही मचाई। मुख्यतः पवन का वेग, वर्षा तथा ज्वारीय प्रतिकर्ष से हानि हुई। 260 किलोमीटर प्रति घंटे तक के वेग वाली पवन 36 घंटे से भी ज्यादा समय तक चलती रही। बहुत ही इंपॉर्टेंट है भी 1999 ਦੇ ਵਿੱਚ ਉੜੀਸਾ ਬੰਗਾਲ ਦੀ ਖਾੜੀ ਦੇ ਲਾਗੇ, ਉੜੀਸਾ ਬੰਗਾਲ ਦੀ ਖਾੜੀ ਦੇ ਲਾਗੇ, ਠੀਕ ਹੈ, ਬੰਗਾਲ ਦੀ ਖਾੜੀ ਦੇ ਲਾਗੇ ਮਹੀਨਾ ਕਿਹੜਾ ਇਹਨਾਂ ਨੇ ਦੱਸਿਆ, ਅਕਤੂਬਰ। ਇੱਥੇ ਇੱਕ ਬਹੁਤ ਹੀ ਭਾਰੀ ਜਿਹੜਾ ਵਾ ਚੱਕਰਵਾਤ ਆਇਆ ਸੀ। ਇਹ ਕਹਿੰਦੇ ਵੀ 260 ਦੀ ਸਪੀਡ ਦੇ ਨਾਲ, ਠੀਕ ਹੈ, 260 ਦੀ ਸਪੀਡ ਦੇ ਨਾਲ ਲਗਾਤਾਰ 36 ਘੰਟੇ ਲਗਾਤਾਰ 36 ਘੰਟੇ ਜਿਹੜਾ ਇਹ ਚੱਕਰਵਾਤ ਚੱਲਦਾ ਰਿਹਾ, ਜਿਹਦਾ ਕਰਕੇ ਇਹ ਵਾਲੇ ਚੱਕਰਵਾਤ ਨੇ ਬਹੁਤ ਹੀ ਜ਼ਿਆਦਾ ਤਬਾਹੀ ਮਚਾਈ ਸੀ। ਇਹ ਚੱਕਰਵਾਤ ਕੋਈ ਮਾੜੀ ਮੋਟੀ ਗੱਲ ਨਹੀਂ, ਇਹਦੇ ਵਿੱਚ ਹਨੇਰੀ, ਵਿੱਚ ਮੀਂਹ, ਬਹੁਤ ਕੁਝ ਹੁੰਦਾ ਵਾ। ਰੁੱਖ, ਬਿਜਲੀ ਵਾਲੇ ਖੰਭੇ ਸਭ ਕੁਝ ਪੁੱਟ ਕੇ ਸਿੱਟ ਦਿੰਦੇ ਆ ਇਹੋ ਜਿਹੇ। ਜਦੋਂ ਕੋ ਤੁਹਾਨੂੰ ਯਾਦ ਹੋਊਗਾ, ਜਦੋਂ ਕੋ ਆਪਣੇ ਆਹ ਕਣਕ ਖੜੀ ਹੁੰਦੀ ਆ ਜਾਂ ਜਦੋਂ ਕੋ ਹਨਾ, ਜਦੋਂ ਕੋ ਉਹ ਵਾਪ ਰੋਲੇ ਜਿਹੇ ਜ਼ਿਆਦਾ ਆਉਂਦੇ ਆ, ਇਹ ਉਹ ਚੱਕਰਵਾਤਾਂ ਕਾਰਨ ਹੀ ਜਿਹੜੇ ਨੇ ਆਉਂਦੇ ਆ। ਫਿਰ ਕਹਿੰਦੇ ਕਿ 36 घंटे से भी ज्यादा समय तक चलती रही।
त्रिवेग वाली इस पवन ने पेड़ों को उखाड़ दिया और कच्चे घरों को नष्ट कर दिया। अनेक औद्योगिक भवनों तथा अन्य घरों की छतें भी उड़ गई। विद्युत आपूर्ति एवं टेलीफोन लाइनें पूरी तरह से कट गई। चक्रवात के फलस्वरूप लगातार 3 दिनों तक भारी वर्षा होती रही। इस वर्षा के कारण उड़ीसा की प्रमुख नदियों में बाढ़ आ गई, यानी कि हाड़ आ गए। चक्रवाती पवनों के कारण उठी ज्वारीय तरंगे सतह पर 20 किलोमीटर तक आ गई और फलस्वरूप तटीय क्षेत्रों में भयानक तबाही हुई। यानी कि समुद्र ਦੇ ਵਿੱਚ ਜਿਹੜੀਆਂ ਉੱਠੀਆਂ ਲਹਿਰਾਂ ਹੀ ਉਹ ਵੀ 20 ਕਿਲੋਮੀਟਰ ਤੱਕ ਉੱਚੀਆਂ ਉੱਠੀਆਂ, ਜਿਹਦਾ ਕਰਕੇ ਜਿਹੜੇ ਤੱਟੀ ਖੇਤਰ ਸੀ, ਜਿਹੜੇ ਸਮੁੰਦਰਾਂ ਦੇ ਲਾਗੇ ਆਸ-ਪਾਸ ਦੇ ਖੇਤਰ ਹੁੰਦੇ, ਉੱਥੇ ਵੀ ਕਹਿੰਦੇ भारी तबाही हुई। अचानक 7 से 10 मीटर ऊंची ज्वारीय तरंगे आ गई, जिसके कारण तैयार खड़ी धान की फसल पूरी तरह से नष्ट हो गई। ਉਹੀ ਮੈਂ ਜਨ ਹੁਣੇ ਦੱਸਿਆ ਨਾ ਵੀ ਕਣਕ ਦੀ ਫਸਲ ਜਿਹੜੀ ਹੀ ਉਹ ਪੂਰੀ ਤਰ੍ਹਾਂ ਖਰਾਬ, ਧਾਨ ਨਹੀਂ ਸੌਰੀ ਝੋਨੇ ਦੀ ਫਸਲ ਜਿਹੜੀ ਆ ਉਹ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਿਹੜੀ ਸੀਗੀ खराब हो गई। फिर अगे कहते आ 25 अक्टूबर 1999 को पूर्वी पोर्ट ब्लेयर के निकट थाईलैंड की खाड़ी में अवदाब के कारण यह चक्रवात उत्पन्न हुआ और यह धीरे धीरे उत्तर पश्चिमी दिशा में बढ़ा। गहन होकर इसने महाचक्रवात का रूप धारण कर लिया और 29 अक्टूबर को सुबह 10:30 बजे उड़ीसा के इरिसामा एवं बालीकुंडा के बीच के क्षेत्र को प्रभावित किया। जानी कि जे ਆਪਾਂ ਮੰਨ के ਚੱਲੀਏ ਵੀ ਉੜੀਸਾ ਦੇ ਵਿੱਚ ਇਹ ਜਿਹੜਾ ਚੱਕਰਵਾਤ ਆਇਆ ਸੀ ਇਹ ਅਸਲ ਦੇ ਵਿੱਚ ਥਾਈਲੈਂਡ ਤੋਂ ਆਰੰਭ ਹੋਇਆ ਸੀ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਿਓ, ਠੀਕ ਹੈ। अक्तूबर का महीना चेते रखियो ते 1999 याद रखियो। चक्रवात थाईलैंड तो आरंभ होया सी ते उड़ीसा दे विच आके इन्हें बहुत ही ज्यादा तबाही जिहड़ी आ मचाई सी। इस महाचक्रवात ने भुवनेश्वर, कटक और 28 तटी नगरों सहित उड़ीसा के पूरे तट को बर्बाद कर दिया। इससे लगभग 130 लाख लोग प्रभावित हुए। बहुत बड़ी संख्या में पशुओं की मौत हो गई। धान, सब्जियों एवं फलों की खड़ी फसलें का भारी नुकसान हुआ। ज्वारीय गुरुत्वाकर्षण से उत्पन्न हुई लवणता के कारण कृषि योग्य विशाल भू क्षेत्र अनउपजाऊ हो गए। साल, सागवान एवं बांस के बागन वाले विशाल भू क्षेत्र नष्ट हो गए। प्राणद्वीप एवं कोंकण के बीच स्थित मैग्रोव के जंगल लुप्त हो गए। वेखो कहते भी कई तरह के जंगल भी जेडे मैग्रोव के जंगल, ठीक है, मैग्रोव के जंगल जेडे वो भी जेडे सी नष्ट हो गए। मतलब कि बहुत ही ज्यादा तबाही जिहड़ी आ इस चक्रवात ने अपनाई ही। इस तो बाद अगे उन्होंने चक्रवाती वर्खा दसी, ये भी मैं तुहानू करवाती है, ठीक है। पर्वती वर्खा दसी, ये भी मैं करवाती है, ठीक है। सारियां तीनों प्रकार दीयां वर्खा जिहड़ियां मैं तुहानू करवातियां। इहदे नाल ही साडा चैप्टर जिहड़ा वा समाप्त हुंदा वा, ठीक है। बहुत ही आ जिहड़ा टॉपिक ही ना मैनू लग्या होया है कि पता नहीं कि मैं बच्चों नू चंगी तरह समझा भी पाऊंगी जां नहीं। पहला मैनू खुद बह के तैयार किया, फिर मैं तुहानू समझाया। एंड थैंक गॉड कि बहुत ही सोहणे तरीके दे नाल चैप्टर ये अपना कवर हो गया। वायुमंडल दीयां परतां, हवावां दीयां किस्मां, वर्खा दीयां किस्मां, चक्रवात, समहीन प्रक्रिया, सारा कुछ बहुत ही सोहणे तरीके दे नाल आपां निबेड़ चुके हैं। ਤੇ ਮੈਂ ਬਹੁਤ ਹੀ ਮਿਹਨਤ ਕਰ ਰਹੀ ਹਾਂ ਫ੍ਰੀ ਦੇ ਵਿੱਚ। ਇੰਨਾ ਸੋਹਣਾ ਕੰਟੈਂਟ ਕੌਣ ਕਰਵਾਉਂਦਾ YouTube ਤੇ ਪਲੀਜ਼ ਤੁਸੀਂ ਕਲਾਸ ਨੂੰ ਸ਼ੇਅਰ ਕਰ ਦਿਓ। ਬਹੁਤ ਹੀ ਜਦੋਂ ਤੁਹਾਡੀ ਐਪਰੀਸ਼ੀਏਸ਼ਨ ਮਿਲਦੀ ਹੈ ਨਾ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਆ। ਸਾਡਾ ਅਗਲਾ ਚੈਪਟਰ ਆਉਂਦਾ ਵਾ 5ਵਾਂ ਜਲ, ਜਿਹੜਾ ਕਿ ਸਾਡੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਕਿਤੇ ਨਹੀਂ ਦਿੱਤਾ। ਇੰਨਾ ਕੁ ਜ਼ਿਆਦਾ ਫਰਕ ਹੈ ਨਾ, ਕੁਝ ਵੀ ਜਾਣਕਾਰੀ ਸਾਨੂੰ ਡਿਟੇਲ ਦੇ ਵਿੱਚ ਇੱਥੇ ਨਹੀਂ ਮਿਲਦੀ ਜਿੰਨੀ ਜਾਣਕਾਰੀ ਸਾਨੂੰ ਇੱਥੇ ਮਿਲ ਰਹੀ ਹੈ। ਇੱਥੇ ਤੇ ਇਹਨਾਂ ਨੇ ਸਿਰਫ 4-5 ਚੈਪਟਰ ਦਿੱਤੇ ਆ ਤੇ ਇੱਥੇ ਸਾਨੂੰ 8 ਤੋਂ 9 ਚੈਪਟਰ ਜਿਓਗ੍ਰਾਫੀ ਦੇ ਮਿਲਦੇ ਆ, ਜਿਹਦੇ ਵਿੱਚ ਸਾਡਾ ਬਹੁਤ ਹੀ ਜ਼ਿਆਦਾ ਕੰਟੈਂਟ ਕਵਰ ਹੁੰਦਾ। ਇਹਦੇ ਵਿੱਚ ਇੱਕ ਹੀ ਇਹਨਾਂ ਨੇ ਜਲ ਦਿੱਤਾ ਵਾ। ਜਲ ਦੇ ਵਿੱਚ ਆਪਾਂ ਸਮੁੰਦਰੀ ਲਹਿਰਾਂ, ਜਵਾਰ ਭਾਟੇ ਕਿਵੇਂ ਆਉਂਦੇ, ਇਹਦੇ ਬਾਰੇ ਆਪਾਂ ਸਾਰਾ ਕੁਝ ਪੜ੍ਹਨਾ। ਇਹਨੂੰ ਆਪਾਂ ਪੜ੍ਹਦੇ ਹਾਂ ਫਿਰ ਅਗਲੇ ਚੈਪਟਰ ਦੇ ਵਿੱਚ, ਅਗਲੇ ਕਲਾਸ ਦੇ ਵਿੱਚ। ਅੱਜ ਵਾਲੀ ਕਲਾਸ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜਿਹੜਾ ਮੈਂ ਤੁਹਾਨੂੰ ਕਲਾਸ ਦੇ ਮਿਡ 'ਚ ਵੀ ਦੱਸਿਆ ਸੀ कि SST ਦੀ ਪੈਡਾਗੋਜੀ ਤਿਆਰ ਹੋ ਰਹੀ ਹੈ ਤੁਹਾਡੇ ਲਈ ਬਿਲਕੁਲ ਫ੍ਰੀ 'ਚ ਕਰਵਾਉਣ ਵਾਸਤੇ, ਠੀਕ ਹੈ। ਮੈਂ ਤਿਆਰ ਕਰ ਰਹੀ ਹਾਂ ਤੇ ਕਰਾਣੀ ਮੈਂ ਤਾਂ ਵਾਂ ਜਿੱਦੇ ਆਪਣੇ 500 ਸਬਸਕ੍ਰਾਈਬਰ ਹੋ ਜਾਣਗੇ। ਇਹ ਤੁਹਾਡੇ ਤੇ ਡਿਪੈਂਡ ਕਰਦਾ, ਜਿੰਨੀ ਛੇਤੀ ਕਰ ਦੋਗੇ ਓਨੀ ਛੇਤੀ ਜਿਹੜੀ ਆ ਮੈਂ SST ਦੀ ਪੈਡਾਗੋਜੀ ਲੈ ਕੇ ਆਉਂਗੀ। ਤੇ ਮਿਲਦੇ ਆਪਾਂ ਕਲਾਸ ਅਗਲੀ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।